ਪ੍ਰਾਕਥਨ। ਪੌੜੀ 24ਵੀਂ ਵਿੱਚ ਕਿਹਾ ਸੀ, ਵੱਡਾ ਸਾਹਿਬ ਉੱਚਾ ਥਾਓ। ਪੌੜੀ 25ਵੀਂ ਵਿੱਚ ਉਸ ਦੀ ਵੱਡ ਦਾ ਤਾਰਗੀ ਦੱਸ ਕੇ ਉਸ ਦੀ ਵੱਡਤ ਤੇ ਵਡਿਆਈ ਦਿਖਾਈ ਸੀ। ਸਭ ਤੋਂ ਵੱਡੀ ਦਾ ਤਾਰਗੀ ਪਾਤਸ਼ਾਹੀ ਪਾਤਸ਼ਾਹ ਬਣਾ ਦੇਣ ਵਾਲੀ ਦੱਸੀ ਸੀ। ਪੌੜੀ 26ਵੀਂ ਵਿੱਚ ਦਾ ਤਾਰਗੀ ਨੂੰ ਅਮੁੱਲ ਪਦ ਦੀ ਦਾ ਤਾਰਗੀ ਦੱਸਿਆ ਤੇ ਇਸ ਅਮੁੱਲ ਦਾ ਤਾਰਗੀ ਦਾ ਅਮੁੱਲ ਦਰਬਾਰ ਦੱਸਦੇ ਹੋਏ ਇਸ ਨੂੰ ਫੇਰ ਅਮੁੱਲ ਵਪਾਰ ਦੱਸਿਆ। ਅਮੁੱਲ ਆਖ ਕੇ ਆਪਣਾ ਸਿਧਾਂਤ ਦੱਸਿਆ ਕਿ ਕਿਵੇਂ ਕੀਮਤ ਜਾਚਣੇ ਦਾ ਇੱਕ ਨਵਾਂ ਉੱਚਾ ਤਰੀਕਾ ਸਾਰੇ ਧਰੁਵਿਆਂ ਕਰਮ ਜੋਗ ਗਿਆਨ ਆਦਿ ਤੋਂ ਵੱਖਰਾ, ਸਭਨਾਂ ਤੋਂ ਸੁਤੰਤਰ ਤੇ ਸਭਨਾਂ ਨੂੰ ਵਲੇਟ ਲੈਣ ਵਾਲਾ ਮੁੱਲ ਦਾ ਮਾਰਗ ਅਮੁੱਲੋ ਅਮੁੱਲ ਅਕਾਲ ਪੁਰਖ ਤੇ ਲੈ ਜਾਂਦਾ ਹੈ। ਇਥੋਂ ਤਾਈਂ ਵੱਡਾ ਸਾਹਿਬ ਦੱਸ ਕੇ ਹੁਣ ਉੱਚਾ ਥਾਉ ਦਾ ਪਤਾ ਦੇਣ ਲੱਗੇ ਹਨ। ਇਹ ਪਤਾ ਵੀ ਵਿਸਮਾਦੀ ਰੰਗ ਵਿੱਚ ਦੇਣ ਲੱਗੇ ਹਨ। ਉਸ ਦੇ ਗੁਣਾਨਵਾਦ ਦੇ ਕੀਰਤਨ ਉਸ ਉੱਚੇ ਥਾਉ ਨੂੰ ਜਨਾਉਂਦੇ ਹਨ ਤੇ ਪੜ੍ਹਨ ਵਾਲੇ ਨੂੰ ਸਿਫਤ ਸਲਾਹ ਦੀ ਸੈਣਤ ਦਿੰਦੇ ਹਨ। ਇਉਂ ਥਾਉ ਦਾ ਪਤਾ ਦੇ ਕੇ ਉਸ ਸੱਚੇ ਸਾਹਿਬ ਦਾ ਉਸ ਥਾਵੇਂ ਬੈਠ ਕੇ ਆਪਣੀ ਰਚੀ ਨੂੰ ਵੇਖਣ ਸੰਭਾਲਣ ਦਾ ਕਥਨ ਕਰਨਗੇ। ਅੰਤ ਵਿੱਚ ਦੱਸਣਗੇ ਕਿ ਉੱਥੇ ਪਹੁੰਚਣ ਲਈ ਰਜਾ ਤੇ ਆ ਜਾਓ। ਰਜਾ ਤੇ ਆਉਣ ਲਈ ਨਾਮ ਬਾਣੀ ਸਿਫਤ ਸਲਾਹ ਕੀਰਤਨ ਪਿੱਛੇ ਦੱਸਦੇ ਹੀ ਆਏ ਹਨ ਤੇ ਅੱਗੇ ਹੋਰ ਵੀ ਦੱਸਣਗੇ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਹੇ ਸੱਚੇ ਸਾਹਿਬ, ਉਹ ਦਰ ਕਿਹੋ ਜਿਹਾ ਹੈ? ਦਰ ਭਾਵ ਦਰਵਾਜ਼ਾ ਬੂਹਾ ਦੁਆਰ ਕਿਹੋ ਜਿਹਾ ਹੈ ਤੇ ਉਹ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਕਿ ਤੂੰ ਸਭ ਦੀ ਸੰਭਾਲ ਕਰਦਾ ਹੈ। ਪੁੜ ਧਰਤੀ ਪੁੜ ਪਾਣੀ ਆਸਨ ਚਾਰ ਕੁੰਟ ਚੌਬਾਰਾ। ਸੋਰਠ ਮਹੱਲਾ ਪਹਿਲਾ। ਵਾਜੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ। ਹਾਂ, ਮੈਂ ਕੀ ਦੇਖਦਾ ਹਾਂ ਕਿ ਤੇਰੇ ਉਸ ਸੁਹਾਵਣੇ ਦਰ ਉੱਤੇ ਅਨੇਕ ਵਾਜੇ ਅਤੇ ਅਸੰਖਾਂ ਨਾਦ ਹੋ ਰਹੇ ਹਨ ਤੇ ਕਿਤਨੇ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ। ਕੇਤੇ ਰਾਗ ਪਰੀਸਿਓ ਕਹੀਆ ਨਾ ਕੇਤੇ ਗਾਵਨ ਹਾਰੇ। ਕਿਤਨੇ ਰਾਗ ਰਾਗਣੀਆਂ ਉੱਥੇ ਕਹਿ ਰਹੇ ਹਨ, ਭਾਵ ਆਪ ਗਾਉ ਰਹੇ ਹਨ। ਕਿਤਨੇ ਹੋਰ ਉਹਨਾਂ ਰਾਗ ਰਾਗਣੀਆਂ ਨੂੰ ਗਾਉਣ ਵਾਲੇ ਹਨ। ਗਾਵਹਿ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਹੇ ਸੱਚੇ ਸਾਹਿਬਾ, ਉਥੇ ਪਾਉਣ ਪਾਣੀ ਅਗਨੀ ਆਦਿ ਦੇਵਤੇ ਤੈਨੂੰ ਗਾ ਰਹੇ ਹਨ। ਹਾਂ, ਤੇਰੇ ਦੁਆਰੇ ਉੱਤੇ ਧਰਮ ਰਾਜ ਤੈਨੂੰ ਗਾ ਰਿਹਾ ਹੈ। ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ। ਉਥੇ ਗਾ ਰਹੇ ਹਨ ਚਿਤਰ ਗੁਪਤ, ਜੋ ਕਰਮਾਂ ਨੂੰ ਗੁਪਤ ਚਿੱਤਰਾਂ ਵਿੱਚ ਲਿਖ ਜਾਣਦੇ ਹਨ ਤੇ ਜਿਨ੍ਹਾਂ ਦੀ ਲਿਖੀ ਲਿਖਤ ਪਰ ਧਰਮ ਰਾਜ ਵਿਚਾਰ ਕਰਦਾ ਹੈ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਉਥੇ ਤੈਨੂੰ ਗਾ ਰਹੇ ਹਨ ਸ਼ਿਵ ਬ੍ਰਹਮਾ ਤੇ ਇਹਨਾਂ ਦੀਆਂ ਸ਼ਕਤੀਆਂ ਰੂਪ ਦੇਵੀਆਂ, ਜੋ ਤੇਰੇ ਸਦਾ ਦੇ ਸਵਾਰੇ ਹੋਏ ਤੇਰੇ ਦਰ ਉੱਪਰ ਸ਼ੋਭ ਰਹੇ ਹਨ। ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ। ਤੇਰੇ ਦਰ ਉੱਤੇ ਇੰਦਰ ਪਦਵੀ ਦੇ ਆਸਨਾਂ ਤੇ ਬੈਠੇ ਇੰਦਰ ਸਣੇ ਆਪਣੇ ਦੇਵਤਿਆਂ ਦੇ ਤੈਨੂੰ ਗਾ ਰਹੇ ਹਨ। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਸਿੱਧ ਸਮਾਧੀਆਂ ਵਿੱਚ ਬੈਠੇ ਤੈਨੂੰ ਗਾ ਰਹੇ ਹਨ ਤੇ ਸਾਧੂ ਵਿਚਾਰਾਂ ਵਿੱਚ ਲੱਗੇ ਹੋਏ ਤੈਨੂੰ ਗਾ ਰਹੇ ਹਨ। ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਗਾਵਦੇ ਹਨ ਤੈਨੂੰ ਜਾਤ ਤੇ ਸਾਧ ਧਾਰਨ ਵਾਲੇ ਤੇ ਸੰਤੋਖ ਵਿੱਚ ਰਹਿਣ ਵਾਲੇ ਅਤੇ ਗਾਉਂਦੇ ਹਨ ਤਕੜੇ ਸੂਰਮੇ। ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ। ਵੇਦਾਂ ਨੂੰ ਪੜਨ ਵਾਲੇ ਪੰਡਤ
ਅਤੇ ਵਿਆਸ ਆਦਿਕ ਵੱਡੇ ਰਿਖੀ ਵੇਦਾਂ ਸਣੇ ਤੈਨੂੰ ਜੁਗੋ ਜੁਗ ਗਾ ਰਹੇ ਹਨ। ਇਉਂ ਵੀ ਲਾਉਂਦੇ ਹਨ, ਗਾਉਂਦੇ ਹਨ ਪੰਡਤ, ਪੜ੍ਹਦੇ ਹਨ ਵੱਡੇ ਰਿਖੀ। ਮਾਨੋ ਹਰ ਯੁਗ ਆਪਣੇ ਆਪਣੇ ਵੇਦ ਨਾਲ ਤੈਨੂੰ ਗਾ ਰਿਹਾ ਹੈ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮਛ ਪਿਆਲੇ। ਮਨ ਨੂੰ ਮੋਹਿਤ ਕਰ ਲੈਣ ਵਾਲੀਆਂ ਸੁਰਗ, ਮਾਤ ਤੇ ਪਾਤਾਲ ਤਿੰਨਾਂ ਲੋਕਾਂ ਦੀਆਂ ਇਸਤਰੀਆਂ ਤੈਨੂੰ ਗਾ ਰਹੀਆਂ ਹਨ। ਇਉਂ ਵੀ ਲਾਉਂਦੇ ਹਨ, ਮਨ ਮੋਹਨ ਮੋਹਣੀਆਂ ਗਾ ਰਹੀਆਂ ਹਨ ਅਤੇ ਸੁਰਗ, ਮਾਤ ਤੇ ਪਾਤਾਲ ਆਪਣੇ ਨਿਵਾਸੀਆਂ ਸਣੇ ਗਾ ਰਹੇ ਹਨ। ਗਾਵਨ ਰਤਨ ਪਾਏ ਤੇਰੇ, 68 ਤੀਰਥ ਨਾਲੇ। 68 ਤੀਰਥਾਂ ਸਮੇਤ ਸਾਰੇ ਤੇਰੇ ਪੈਦਾ ਕੀਤੇ ਰਤਨ ਤੈਨੂੰ ਗਾ ਰਹੇ ਹਨ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਉਂਦੇ ਹਨ ਤੈਨੂੰ ਮਹਾਬਲਵਾਨ ਸੂਰਮੇ, ਸਗੋਂ ਚਾਰੇ ਖਾਣੀਆਂ ਹੀ ਤੈਨੂੰ ਗਾ ਰਹੀਆਂ ਹਨ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਗੱਲ ਕੀ ਹੇ ਸੱਚੇ ਸਾਹਿਬ ਗਾ ਰਹੇ ਹਨ ਸਾਰੇ ਬ੍ਰਹਿਮੰਡ, ਮੰਡਲ ਤੇ ਮੰਡਲਾਂ ਦੇ ਖੰਡ, ਜੋ ਤੈਂ ਹੀ ਰਚੇ ਹਨ ਤੇ ਰਚ ਕੇ ਤੈਂ ਹੀ ਆਪਣੇ ਆਸਰੇ ਕਾਇਮ ਰੱਖੇ ਹੋਏ ਹਨ। ਪਰਮ ਪ੍ਰੇ ਗਾਇਨ ਜੋ ਵਿਸ਼ੇਸ਼ ਗਾਇਨ ਹੈ, ਹੁਣ ਦੱਸਦੇ ਹਨ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਪਰ ਉਹ ਤੈਨੂੰ ਵਿਸ਼ੇਸ਼ ਕਰਕੇ ਗਾ ਰਹੇ ਹਨ ਜੋ ਤੇਰੀ ਭਗਤੀ ਵਿੱਚ ਰਚੇ ਹੋਏ ਤੇਰੇ ਰਸੀਏ ਭਗਤ ਹਨ, ਜੋ ਤੈਨੂੰ ਪਿਆਰੇ ਲੱਗ ਰਹੇ ਹਨ। ਭਾਵ ਤੁਸਾਂ ਤੇ ਰਸੀਏ ਭਗਤਾਂ ਵਿੱਚ ਪ੍ਰੀਤਮ ਤੇ ਪ੍ਰੇਮੀ ਦਾ ਜੋ ਭਾਵ ਹੈ, ਰਸਮਈ ਸੰਬੰਧ ਹੈ, ਉਹ ਉਹਨਾਂ ਨੂੰ ਆਪਣਾ ਪ੍ਰੀਤਮ ਬਣਾ ਰਿਹਾ ਹੈ ਤੇ ਉਹ ਗੁਣ ਕਹਿ ਗੁਣੀ ਸਮਾਵਣਿਆ ਹੋ ਰਹੇ ਹਨ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਇਹਨਾਂ ਤੋਂ ਛੁੱਟ ਹੋਰ ਕਈ ਸੋਤੇ ਸਿੱਧ ਗਾਇਨ ਕਰਨ ਵਾਲੇ ਹਨ ਜੋ ਮੈਨੂੰ ਯਾਦ ਨਹੀਂ ਆਉਂਦੇ, ਉਹਨਾਂ ਦਾ ਨਾਨਕ ਕੀ ਵਿਚਾਰ ਕਰੇ। ਉੱਚਾ ਥਾਓ ਵਰਣਨ ਕਰਕੇ ਹੁਣ ਫੇਰ ਵੱਡਾ ਸਾਹਿਬ ਵਰਣਨ ਹੁੰਦਾ ਹੈ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਜਿਸ ਦੇ ਦਰ ਉੱਤੇ ਇਹ ਗਾਇਨ ਹੋ ਰਹੇ ਹਨ, ਉਹ ਸਦਾ ਸੱਚ ਸਰੂਪ ਸੱਚਾ ਸਾਹਿਬ ਹੈ, ਜੋ ਆਪ ਸੱਚਾ ਹੈ ਤੇ ਉਸ ਦੀ ਵਡਿਆਈ ਵੀ ਸੱਚੀ ਹੈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਹੈ, ਉਹ ਹੋਵੇਗਾ ਵੀ, ਨਾ ਉਹ ਨਾਸ਼ ਹੋ ਸਕਦਾ ਹੈ, ਨਾ ਨਾਸ਼ ਹੋਵੇਗਾ ਜਿਸ ਨੇ ਸਾਰੀ ਰਚਨਾ ਰਚੀ ਹੈ। ਇਉਂ ਵੀ ਲਾਉਂਦੇ ਹਨ, ਜਿਸ ਨੇ ਰਚਨਾ ਰਚੀ ਹੈ ਉਹ ਹੈ, ਹੁਣ ਹੈ, ਪਿੱਛੇ ਸੀ, ਹੋਸੀ ਅੱਗੋਂ ਹੋਵੇਗਾ, ਜਾਏ ਨਾ ਕਦੇ ਵੀ ਨਾ ਜਾਏਗਾ, ਸਦਾ ਰਹੇਗਾ, ਪਰ ਜਾਸੀ ਰਚਨਾ ਆਸੀ ਜਾਸੀ। ਰੰਗੀ ਰੰਗੀ ਭਾਤੀ ਕਰ ਕਰ ਜਿਣਸੀ, ਮਾਇਆ ਜਿਨ ਪਾਈ। ਹਾਂ, ਜਿਨ ਕਰ ਮਾਇਆ, ਜਿਸ ਨੇ ਮਾਇਆ ਰਚ ਕੇ ਫਿਰ ਰੰਗ ਰੰਗ ਦੀ ਭਾਂਤ ਭਾਂਤ ਦੀ ਜਿਣਸ ਜਿਣਸ ਦੀ ਵੰਡ ਵਿੱਚ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਹੈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਇਸ ਤਰ੍ਹਾਂ ਕਰ ਭਾਵ ਰਚ ਕੇ, ਕਰ ਭਾਵ ਪਾਲ ਕੇ ਆਪਣੇ ਰਚੇ ਹੋਏ ਨੂੰ ਆਪ ਵੇਖਦਾ, ਜਾਣਦਾ ਤੇ ਸੰਭਾਲਦਾ ਹੈ, ਜਿਵੇਂ ਜਿਵੇਂ ਉਸ ਦੀ ਵਡਿਆਈ ਨੂੰ ਸ਼ੋਭਦਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਪਰ ਇਹ ਸਭ ਕੁਝ ਇਉਂ ਹੀ ਕਰਦਾ ਹੈ ਜਿਵੇਂ ਕਿ ਉਸ ਨੂੰ ਚੰਗਾ ਲੱਗਦਾ ਹੈ। ਉਸ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਕਿ ਸਾਡੀ ਮਰਜ਼ੀ ਅਨੁਸਾਰ ਕਰੇ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਪਾਤਸ਼ਾਹ ਹੈ, ਸ਼ਾਹਾਂ ਦਾ ਵੀ ਪਾਤਸ਼ਾਹ ਹੈ। ਸਾਨੂੰ ਤਾਂ ਹੈ ਨਾਨਕ ਉਸ ਦੀ ਰਜਾ ਵਿੱਚ ਰਹਿਣਾ ਬਣਦਾ ਹੈ, ਜਿਸ ਕਰਕੇ ਕਿ ਉਸ ਨਾਲ ਮਿਲਾਪ ਹੁੰਦਾ ਹੈ।
ਜਿਵੇਂ ਕਿ ਮਹਾਨ ਸਵਰ ਵਿੱਚ ਅਲਪ ਸਵਰ ਇੱਕ ਸਵਰ ਕਰ ਦੇਣ ਨਾਲ ਤਦਰੂਪ ਹੋ ਜਾਂਦੀ ਹੈ, ਤਿਵੇਂ ਉਸ ਦੀ ਰਜਾ ਵਿੱਚ ਆਪਣੀ ਮਰਜ਼ੀ ਇੱਕ ਸਵਰ ਕਰ ਦੇਣ ਨਾਲ ਤਦਰੂਪ ਹੋ ਜਾਈਦਾ ਹੈ। ਵਿਆਖਿਆ। ਰਹੱਸਿਅਕ ਪਹਿਲੂ। ਇਸ ਪੌੜੀ ਵਿੱਚ ਗਾਵਨਹਾਰਿਆਂ ਦੀਆਂ ਤ੍ਰੈ ਵੰਡਾਂ ਝਲਕਦੀਆਂ ਹਨ। ਇੱਕ ਤਾਂ ਹਨ ਦੇਵਤਾ ਪ੍ਰਕਾਰ ਦੇ ਗਾਵਨਹਾਰੇ, ਭਾਵ ਅਦ੍ਰਿਸ਼ਯ ਆਤਮ ਮੰਡਲਾਂ ਦੇ ਅਦ੍ਰਿਸ਼ਯ ਲੋਕ, ਜਿਸ ਤਰ੍ਹਾਂ ਪੌਣ ਦੇਵਤਾ, ਪਾਣੀ ਦੇਵਤਾ, ਅਗਨੀ ਦੇਵਤਾ, ਧਰਮਰਾਜ, ਚਿਤਰਗੁਪਤ, ਸ਼ਿਵ, ਬ੍ਰਹਮਾ, ਦੇਵੀਆਂ, ਇੰਦਰ ਵਰਗੇ ਦਿਵ ਸਰੂਪ ਰਾਗ ਰਾਗਣੀਆਂ ਆਦਿ। ਇਹ ਦਿਵ ਰਾਗ ਦੁਆਰਾ ਗਾ ਰਹੇ ਹਨ। ਨੰਬਰ 2, ਉਹ ਲੋਕ ਜੋ ਧਰਤੀ ਉੱਤੇ ਪਰਮਾਰਥੀ ਪੱਖ ਵਾਲੇ ਹਨ, ਜੈਸੇ ਸਿੱਧ, ਜੋਗੀ, ਸਾਧੂ, ਰਿਖੀ। ਇਹ ਆਪਣੇ ਧਿਆਨ ਦੁਆਰਾ ਮਾਨੋ ਗਾ ਰਹੇ ਹਨ। ਜਤੀ, ਸਤੀ, ਸੰਤੋਖੀ, ਪੰਡਤ ਇਹ ਆਪਣੇ ਸ਼ੁਭ ਗੁਣਾਂ ਦੁਆਰਾ ਦੱਸ ਰਹੇ ਹਨ ਕਿ ਕਰਤਾ ਪੁਰਖ ਵਿੱਚ ਵਿਸ਼ਵਾਸ ਨੇ ਉਹਨਾਂ ਵਿੱਚ ਸ਼ੁਭ ਗੁਣ ਪੈਦਾ ਕੀਤੇ ਹਨ, ਜੋ ਉਸ ਦਾ ਕੀਰਤਨ ਹੋ ਰਿਹਾ ਹੈ। ਧਰਤੀ ਉੱਤੇ ਤਾਂ ਹਨ, ਪਰ ਹੋਰ ਤਰ੍ਹਾਂ ਦੇ ਗੁਣਾਂ ਵਾਲੇ, ਜੈਸੇ ਮਹਾਬਲੀ ਯੋਧੇ, ਸੂਰਮੇ, ਸਮੁੰਦਰ ਵਿੱਚੋਂ ਨਿਕਲੇ ਰਤਨ ਧਨੰਤਰ ਆਦਿ, ਤੀਰਥਾਂ ਦੇ ਅਧਿਕਸ਼। ਧਰਤੀ ਦੀ ਸਾਰੀ ਰਚਨਾ ਜੋ ਚਾਰ ਖਾਣੀਆਂ ਤੋਂ ਉਪਜੀ ਹੈ, ਇਹਨਾਂ ਲੋਕਾਂ ਵਿੱਚੋਂ ਪ੍ਰਗਟ ਹੋ ਰਹੇ ਗੁਣ ਦੱਸ ਰਹੇ ਹਨ ਕਿ ਕਰਤਾ ਪੁਰਖ ਤੇ ਅਚਰਜ ਹੈ, ਜੋ ਐਸੇ ਅਚਰਜ ਸਾਮਾਨ ਉਤਪਦ ਕਰਦਾ ਹੈ। ਇਹ ਕਰਤੇ ਪੁਰਖ ਦਾ ਹੀ ਗੁਣ ਗਾਇਨ ਹੈ। ਨੰਬਰ 3, ਧਰਤੀ ਤੋਂ ਪਰੇ ਦੇ ਲੋਕ, ਬ੍ਰਹਿਮੰਡ ਦੇ ਹੋਰ ਮੰਡਲਾਂ ਖੰਡਲਾਂ ਦੇ ਲੋਕ, ਮਾਨੋ ਇਹਨਾਂ ਦਾ ਸੰਗੀਤ ਨਾਦ ਹੋ ਰਿਹਾ ਹੈ। ਜਾਂ ਖੰਡ ਮੰਡਲ ਬ੍ਰਹਿਮੰਡ ਦੀ ਵਿਸ਼ਾਲ ਰਚਨਾ ਜੋ ਰਾਤ ਨੂੰ ਆਕਾਸ਼ਾਂ ਵਿੱਚ ਤਾਰਾ ਮੰਡਲ ਹੋ ਦਿਸਦੀ ਹੈ ਅਤੇ ਦੇਖਣ ਵਾਲੇ ਸੰਗੀਤਕ ਭਾਵ ਪ੍ਰਭੂ ਗੁਣ ਗਾਇਨ ਦਾ ਪੈਦਾ ਕਰਦੀ ਹੈ ਅਤੇ ਰਚਨਹਾਰ ਦੀ ਸਿਫਤ ਸਲਾਹ ਵਿੱਚ ਲੈ ਜਾਂਦੀ ਹੈ। ਸੋ ਉਸ ਦਰ ਘਰ ਅੱਗੇ, ਜਿਸ ਨੂੰ ਪੌੜੀ 24ਵੀਂ ਵਿੱਚ ਉੱਚਾ ਥਾਓ ਕਿਹਾ ਹੈ ਤੇ ਇੱਥੇ ਸੋ ਦਰ ਕਿਹਾ ਹੈ, ਤ੍ਰੈ ਟਿਕਾਣਿਆਂ ਦੇ ਵਾਸੀ ਗਾ ਰਹੇ ਹਨ। ਨੰਬਰ 1 ਆਤਮ ਮੰਡਲ ਦੇ, ਨੰਬਰ 2 ਪ੍ਰਿਥਵੀ ਮੰਡਲ ਦੇ ਤੇ ਨੰਬਰ 3 ਬ੍ਰਹਿਮੰਡ ਦੇ ਮੰਡਲਾਂ ਦੇ। ਗੁਰੂ ਕੀ ਬਾਣੀ ਵਿੱਚ ਹੋਰ ਥੇ ਵੀ ਤ੍ਰੈ ਟਿਕਾਣੇ ਕਰਤਾ ਪੁਰਖ ਦੇ ਵਸੇਬੇ ਦੇ ਦੱਸੇ ਹਨ। ਨੰਬਰ 1 ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਜਪਜੀ ਸਾਹਿਬ। ਊਚਾ ਥਾਨ ਸੁਹਾਵਣਾ, ਉਪਰ ਮਹਿਲ ਮੁਰਾਰ। ਸ੍ਰੀ ਰਾਗ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਨੇ ਇਸ ਟਿਕਾਣੇ ਆਪਣੇ ਜਾਣੇ ਦਾ ਵੀ ਜ਼ਿਕਰ ਕੀਤਾ ਹੈ। ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾਹ ਕੱਪੜਾ ਪਾਇਆ। ਵਾਰ ਮਾਝ ਮਹੱਲਾ ਪਹਿਲਾ। ਇਸ ਦਰ ਅੱਗੇ ਸੋ ਦਰ ਵਿੱਚ ਪਹਿਲੇ ਦੱਸੇ ਦੇਵਤੇ ਸਿਫਤ ਸਲਾਹ ਗਾਇਨ ਕਰ ਰਹੇ ਹਨ। ਨੰਬਰ 2 ਦੂਜਾ ਥਾਉ ਥਾਨ ਥਨੰਤਰੀ ਤੇ ਘਟ ਘਟ ਵਿੱਚ ਦੱਸਿਆ ਹੈ, ਭਾਵ ਜੀਵ ਜੀਵ ਦੇ ਅੰਦਰ ਤੇ ਥਾਵਾਂ ਥਾਵਾਂ ਦੇ ਵਿਚਾਲੇ। ਸਰਬੇ ਥਾਨ ਥਨੰਤਰੀ, ਤੂੰ ਦਾਤਾ ਦਾਤਾਰ। ਦੱਖਣੀ ਓੰਕਾਰ ਮਹੱਲਾ ਪਹਿਲਾ। ਘਟ ਘਟ ਅੰਤਰ ਸਰਬ ਨਿਰੰਤਰ, ਰਵ ਰਹਿਆ ਸੱਚ ਵੇਸੋ। ਭੈਰਵ ਮਹੱਲਾ ਪਹਿਲਾ। ਸੋ ਧਿਆਨੀ ਪੁਰਖ ਤੇ ਕਰਤਾਰ ਵਿੱਚ ਨਿਸ਼ਚਾ ਧਾਰ ਕੇ ਦੈਵੀ ਗੁਣਾਂ ਦੇ ਧਾਰਨੀ ਲੋਕ ਘਟ ਵਿੱਚ ਤੇ ਥਾਨ ਥਨੰਤਰਾਂ ਵਿੱਚ ਬੈਠੇ ਗਾ ਰਹੇ ਹਨ। ਨੰਬਰ 3 ਤੀਜਾ ਥਾਉ ਦੱਸਿਆ ਹੈ ਕੁਦਰਤ, ਅਰਥਾਤ ਸਾਰੀ ਰਚਨਾ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ। ਦੋਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਵਾਰ ਆਸਾ ਮਹੱਲਾ ਪਹਿਲਾ। ਬਲਿਹਾਰੀ ਕੁਦਰਤ ਵਸਿਆ। ਵਾਰ ਆਸਾ ਮਹੱਲਾ ਪਹਿਲਾ। ਕੁਦਰਤ ਕਰ ਕੈ ਵਸਿਆ ਸੋਏ। ਵਾਰ ਸ੍ਰੀ ਰਾਗ ਮਹੱਲਾ ਪਹਿਲਾ। ਖੰਡੀ ਬ੍ਰਹਮੰਡੀ ਪਾਤਾਲੀ ਪੁਰੀ, ਤ੍ਰਿਭਵਨ ਤਾੜੀ ਲਾਈ ਹੈ। ਮਾਰੂ ਮਹੱਲਾ ਪਹਿਲਾ ਸੋਹਲੇ। ਸੋ ਗਾਵਹਿ ਖੰਡ ਮੰਡਲ ਵਰਭੰਡਾ ਵਿੱਚ ਦੱਸਿਆ ਹੈ ਕਿ ਲੋਕ ਲੋਕ ਵਿੱਚ, ਬ੍ਰਹਿਮੰਡ ਬ੍ਰਹਿਮੰਡ ਵਿੱਚ ਕੀਰਤਨ ਹੋ ਰਿਹਾ ਹੈ। ਹੁਣ ਪ੍ਰਸ਼ਨ ਹੁੰਦਾ ਹੈ ਕਿ
ਕੀ ਉਹ ਇੱਕ ਦੇਸ਼ੀ ਹੈ ਜੋ ਉਸ ਦਾ ਥਾਂ ਜਾਂ ਘਰ ਤੇ ਦਰ ਵਰਣਨ ਕਰਦੇ ਹਨ, ਜਾਂ ਤ੍ਰੈ ਦੇਸ਼ੀ ਹੈ ਕਿ ਇੱਕ ਟਿਕਾਣਾ ਆਤਮ ਮੰਡਲਾਂ ਵਿੱਚ ਹੈ, ਦੂਜਾ ਘਟ ਘਟ ਤੇ ਥਾਨ ਥਨੰਤਰਾਂ ਵਿੱਚ ਹੈ, ਤੇ ਤੀਜਾ ਬ੍ਰਹਿਮੰਡ ਵਿੱਚ ਹੈ। ਇਸ ਤਰ੍ਹਾਂ ਕੀ ਉਹ ਇੱਕ ਦੇਸ਼ੀ, ਤ੍ਰੈ ਦੇਸ਼ੀ ਜਾਂ ਬਹੁ ਦੇਸ਼ੀ ਹੈ? ਗੁਰਬਾਣੀ ਤੋਂ ਪਤਾ ਚੱਲਦਾ ਹੈ ਕਿ ਤ੍ਰੈ ਰੰਗ ਹਨ, ਪਰ ਇਹ ਤ੍ਰੈ ਜੁਦਾ ਜੁਦਾ ਜਾਂ ਤ੍ਰੈ ਸਾਡੀ ਗਿਣਤੀ ਵਾਂਗੂ ਨਹੀਂ ਹਨ। ਜਿਵੇਂ ਕਿ ਸਾਡੀ ਪ੍ਰਿਥਵੀ ਮੰਡਲ ਦੀ ਗਿਣਤੀ ਵਿੱਚ ਹੁੰਦਾ ਹੈ, ਇਹ ਤ੍ਰੈ ਇੱਕ ਦੂਜੇ ਦੇ ਅੰਤਰਗਤ ਹਨ, ਆਤਮ ਰੰਗਾਂ ਵਿੱਚ ਹਨ। ਜਿਸ ਤਰ੍ਹਾਂ ਸੂਖਮ ਮਹਿ ਜਾਣੈ ਅਸਥੂਲ, ਸੁਖਮਨੀ ਸਾਹਿਬ 9ਵੀਂ ਅਸ਼ਟਪਦੀ। ਸੋ ਇਹ ਟਿਕਾਣਾ ਇੱਕੋ ਹੀ ਹੈ, ਦੋ ਤ੍ਰੈ ਨਹੀਂ ਹਨ। ਜਿਵੇਂ ਧਰਮ ਖੰਡ, ਸਰਮ ਖੰਡ, ਕਰਮ ਖੰਡ ਕਹਿ ਕੇ ਸਭ ਤੋਂ ਉੱਪਰ ਸੱਚਖੰਡ ਦੱਸਿਆ ਹੈ ਕਿ ਨਿਰੰਕਾਰ ਉੱਥੇ ਵਸਦਾ ਹੈ, ਪਰ ਨਾਲ ਹੀ ਦੱਸਿਆ ਹੈ ਤਿਥੈ ਖੰਡ ਮੰਡਲ ਵਰ ਭੰਡ, ਅਰਥਾਤ ਸੱਚਖੰਡ ਵਿੱਚ ਹੀ ਖੰਡ ਮੰਡਲ ਬ੍ਰਹਿਮੰਡ ਹਨ। ਤੇ ਫੇਰ ਆਖਿਆ ਜੋ ਬ੍ਰਹਿਮੰਡ ਖੰਡ ਸੋ ਜਾਣੋ, ਮਾਰੂ ਮਹੱਲਾ ਪਹਿਲਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਧਨਾਸਰੀ ਪੀਪਾ। ਇਉਂ ਸੱਚਖੰਡ ਵਿੱਚ ਖੰਡ ਮੰਡਲ ਬ੍ਰਹਿਮੰਡ ਹਨ, ਤੇ ਬ੍ਰਹਿਮੰਡ ਵਾਲਾ ਸਾਰਾ ਕੁਛ ਪਿੰਡ ਸਰੀਰ ਵਿੱਚ ਹੈ, ਤੇ ਇਹ ਸਾਰਾ ਕੁਛ ਸੂਖਮਤਾ ਵਿੱਚ ਹੈ। ਸੋ ਉਹ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਸਭ ਤੋਂ ਨਿਆਰਾ ਨਿਰਾਲਮ ਵੀ ਹੈ। ਫਿਰ ਆਪਣਾ ਉੱਚਾ ਥਾਨ ਸੱਚਖੰਡ ਵਿੱਚ ਵੀ ਰੱਖਦਾ ਹੈ, ਅਰਥਾਤ ਆਤਮ ਖੰਡਾਂ ਤੋਂ ਸ਼੍ਰੋਮਣੀ ਖੰਡ ਸੱਚਖੰਡ ਵਿੱਚ, ਤੇ ਹਰ ਜਰੇ ਕਿਣਕੇ ਵਿੱਚ, ਹਰ ਘਟ ਵਿੱਚ, ਹਰ ਲੋਕ, ਹਰ ਬ੍ਰਹਿਮੰਡ ਵਿੱਚ ਵੀ ਰੱਖਦਾ ਹੈ। ਤੇ ਸਾਰੇ ਸਾਮਾਨ ਇੱਕ ਦੂਜੇ ਦੇ ਅੰਤਰਗਤ ਹਨ, ਤੇ ਇਉਂ ਉਹ ਟਿਕਾਣਾ ਤ੍ਰੈ ਰੂਪ ਦੱਸਦਾ ਇੱਕੋ ਦਾ ਇੱਕੋ ਹੈ। ਅਸੀਂ ਦੇਸ਼ ਸਪੇਸ਼ ਦੀਆਂ ਤ੍ਰੈ ਲਾਂਭਾਂ ਦੇ ਜਾਣੂ ਹਾਂ, ਅਰਥਾਤ ਉਚਾਈ, ਚੌੜਾਈ ਤੇ ਲੰਬਾਈ। ਚੌਥੀ ਜਾਂ ਉਸ ਤੋਂ ਅਗਲੀ ਲਾਂਭ ਦੇ ਅਸੀਂ ਜਾਣੂ ਨਹੀਂ। ਫਿਰ ਇਸ ਤੋਂ ਅੱਗੇ ਆਦੇਸ਼ ਅਕਾਲ ਦੇ ਅਸੀਂ ਜਾਣੂ ਨਹੀਂ। ਸੋ ਕਾਇਨਾਤ ਦੀਆਂ ਸਾਥੋਂ ਪਰੇ ਦੀਆਂ ਲਾਂਭਾਂ ਵਿੱਚ ਤੇ ਦੇਸ਼ ਕਾਲ ਤੋਂ ਵੀ ਪਰੇ ਦੇ ਰੰਗਾਂ ਵਿੱਚ ਇਹ ਖੇਲ ਹੋਣ ਕਰਕੇ ਸਾਡੀ ਬੁੱਧੀ ਜੋ ਦੇਸ਼ ਕਾਲ ਵਿੱਚ ਹੈ ਤੇ ਦੇਸ਼ ਦੀ ਤ੍ਰੈ ਲਾਂਭ ਤੋਂ ਅੱਗੇ ਨਹੀਂ ਉੱਠਦੀ, ਸਾਰੇ ਨੂੰ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਸਾਮਾਨ ਮਨ ਬੁੱਧੀ ਤੋਂ ਪਰੇ ਦਾ ਹੈ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਅਗਮ ਤੇ ਅਗਾਧ ਕਿਹਾ ਹੈ। ਜਿਸ ਤਰ੍ਹਾਂ ਅਗਮ ਅਗਾਧ ਸੁਨਹੁ ਜਨ ਕਥਾ, ਪਾਰ ਬ੍ਰਹਮ ਕੀ ਅਚਰਜ ਸਭਾ। ਸਾਰੰਗ ਮਹੱਲਾ ਪੰਜਵਾ। ਫਿਰ ਉਸ ਨੂੰ ਦੱਸਿਆ ਸਤ ਪੁਰਖ ਸਤ ਅਸਥਾਨ, ਊਚ ਤੇ ਊਚ ਨਿਰਮਲ ਨਿਰਬਾਨ। ਸਾਰੰਗ ਮਹੱਲਾ ਪੰਜਵਾ। ਫਿਰ ਉਸ ਸਭਾ ਨੂੰ ਉਸ ਬੋਲੀ ਤੇ ਉਹਨਾਂ ਖਿਆਲਾਂ ਵਿੱਚ ਵਰਣਨ ਵੀ ਕੀਤਾ ਹੈ ਕਿ ਜਿਸ ਤੋਂ ਇਨਸਾਨ ਆਪਣੀ ਸਮਝ ਮੂਜਬ ਕੁਛ ਖਿਆਲ ਮਾਤਰ ਬਣਾ ਸਕੇ। ਅਸੀਂ ਜੋ ਕੁਛ ਖਿਆਲ ਕਰਦੇ ਹਾਂ, ਦੇਸ਼ ਕਾਲ ਦੇ ਕੱਪੜੇ ਪਵਾ ਕੇ ਕਰਦੇ ਹਾਂ ਤੇ ਦੇਸ਼ ਦੀ ਤ੍ਰੈ ਲਾਂਭੀ ਸ਼ਕਲ ਵਿੱਚ ਕਰਦੇ ਹਾਂ। ਫਿਰ ਪ੍ਰਕਿਰਤੀ ਦੀ ਸਥੂਲਤਾ ਦੇ ਅਸੀਂ ਕੁਛ ਜਾਣੂ ਹਾਂ, ਪਰ ਇਸ ਦੀ ਸੂਖਮਤਾ ਤੇ ਅਤ ਸੂਖਮਤਾ ਦੇ ਅਜੇ ਪੂਰੇ ਜਾਣੂ ਨਹੀਂ ਹਾਂ। ਗੁਰੂ ਜੀ ਨੇ ਇਸੇ ਕਰਕੇ ਸੋ ਦਰ ਵਿੱਚ ਉਸ ਦਰ ਘਰ ਨੂੰ ਇੱਕੋ ਕਰਕੇ ਪੁੱਛਿਆ ਹੈ, ਸੋ ਦਰ ਕਿਹਾ ਸੋ ਘਰ ਕਿਹਾ। ਤੇ ਉੱਤਰ ਅਰਥਾਤ ਪ੍ਰਸ਼ਨ ਵਿੱਚ ਵੀ ਇੱਕ ਬਚਨ ਹੀ ਵਰਤਿਆ ਹੈ, ਸੋ ਦਰ ਕਿਹਾ ਇੱਕ ਬਚਨ ਹੈ। ਤ੍ਰੈ ਵੰਡਾਂ ਦੱਸਦੇ ਹੋਏ ਵੀ ਦਰ ਘਰ ਇੱਕੋ ਦੀ ਸੈਣਤ ਹੀ ਰੱਖੀ ਗਏ ਹਨ। ਇਸੇ ਤਰ੍ਹਾਂ ਸ੍ਰੀ ਰਾਗ ਵਿੱਚ ਆਪ ਫਰਮਾਉਂਦੇ ਹਨ, ਨਾਨਕ ਦਰ ਘਰ ਏਕ ਹੈ, ਅਵਰ ਨਾ ਦੂਜੀ ਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਉਹ ਉੱਚਾ ਥਾਂ ਇਉਂ ਵਰਣਨ ਕੀਤਾ ਹੈ, ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਲ ਸਚ ਥਾਨਾ, ਤਹਾ ਸੰਗਤ ਸਾਧ ਗੁਣ ਰਸੈ, ਅਨਭਉ ਨਗਰ ਤਹਾ ਸਦ ਵਸੈ, ਤਹਿ ਭਉ ਭਰਮਾ ਸੋਗ ਨ ਚਿੰਤਾ,
ਆਵਣ ਜਾਵਣ ਮਿਰਤ ਨ ਹੋਤਾ, ਤਹ ਸਦਾ ਆਨੰਦ ਅਨਹਤ ਆਖਾਰੇ, ਭਗਤ ਵਸ ਹੈ ਕੀਰਤਨ ਆਧਾਰੇ, ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੈ ਤਾ ਕਾ ਵਿਚਾਰ, ਕਹੋ ਨਾਨਕ ਜਿਸ ਕਿਰਪਾ ਕਰੈ, ਨਿਹਚਲ ਥਾਨ ਸਾਧ ਸੰਗ ਤਰੈ। ਗੌੜੀ ਮਹੱਲਾ ਪੰਜਵਾ। ਸੋਹੀ ਮਹੱਲਾ ਪੰਜਵਾ, ਸੂਖ ਮਹਿਲ ਜਾ ਕੇ ਊਚ ਦੁਆਰੇ, ਤਾ ਮਹਿ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰ ਹੋ ਡੀਠੀ ਰਹਾਉ, ਤਹ ਗੀਤ ਨਾਦ ਆਖਾਰੇ ਸੰਗਾ, ਊਹਾ ਸੰਤ ਕਰਹਿ ਹਰ ਰੰਗਾ, ਤਹ ਮਰਨ ਨ ਜੀਵਨ ਸੋਗ ਨ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਗੋਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਪੁਰਾਤਨ ਲੇਖਕਾਂ ਨੇ ਇਸ ਸਥੂਲ ਸਰੀਰ ਦੇ ਅੰਦਰ ਦੋ ਸਰੀਰ ਹੋਰ ਮੰਨੇ ਹਨ, ਲਿੰਗ ਸਰੀਰ ਤੇ ਕਾਰਨ ਸਰੀਰ। ਲਿੰਗ ਸਰੀਰ 17 ਤੱਤਾਂ ਦਾ ਹੈ। ਇਸ ਸਥੂਲ ਸਰੀਰ ਤੋਂ ਸੂਖਮ ਹੈ ਤੇ ਸੂਖਮੀ ਗਤੀ ਰੱਖਦਾ ਹੈ, ਪਰ ਹੈ ਸਰੀਰ ਉਹ ਵੀ ਪੰਜ ਭੌਤਿਕ। ਇਸੀ ਤਰ੍ਹਾਂ ਕਾਰਨ ਸਰੀਰ ਹੋਰ ਸੂਖਮ ਹੈ। ਤ੍ਰੈ ਸਰੀਰ ਸਮਾਪਤ ਹੋਣ ਤਾਂ ਸ਼ੁੱਧ ਆਤਮਾ ਨਿਕਲਦਾ ਹੈ। ਜਿਵੇਂ ਸੰਤਰੇ ਦੇ ਰਸ ਦੇ ਉਦਾਲੇ ਪਹਿਲੇ ਤੁਰੀਆਂ ਦਾ ਸਰੀਰ ਹੈ, ਤੁਰੀਆਂ ਦੇ ਸਰੀਰਾਂ ਦੇ ਉਦਾਲੇ ਫਾੜੀ ਦਾ ਸਰੀਰ ਹੈ, ਫਾੜੀਆਂ ਦੇ ਸਰੀਰਾਂ ਦੇ ਉਦਾਲੇ ਪੀਲੇ ਛਿੱਲੜ ਦਾ ਸਰੀਰ ਹੈ। ਸਾਧਨ ਪੱਖ। ਜੋ ਪ੍ਰੇਮੀ ਕਰਤਾ ਪੁਰਖ ਦੇ ਗੁਣ ਕਥਨ ਤੇ ਗੁਣ ਗਾਇਨ ਕਰਦੇ ਹਨ, ਇਉਂ ਜਿੰਨਾ ਜਿੰਨਾ ਪਿਆਰ ਕਰਦੇ ਹਨ ਉਨਾ ਮਨ ਵਧੀਕ ਸਫਾ ਹੁੰਦਾ ਤੇ ਟਿਕਦਾ ਹੈ। ਜਿਸ ਦਾ ਗੁਣ ਕੀਰਤਨ ਕਰੀਦਾ ਹੈ ਉਸ ਦੀ ਸਮੀਪਤਾ ਪ੍ਰਾਪਤ ਹੁੰਦੀ ਹੈ। ਅੰਤ ਦਰ ਘਰ ਅੱਗੇ ਜਾ ਕੀਰਤਨ ਹੁੰਦਾ ਹੈ, ਕਰਤਾ ਪੁਰਖ ਬੈਠਾ ਵੇਖੈ ਵਖ ਅਕੇਲਾ। ਤਿਲੰਗ ਮਹੱਲਾ ਪਹਿਲਾ। ਕਿ ਸੱਚਖੰਡ ਵਸੈ ਨਿਰੰਕਾਰ, ਕਿ ਘਟ ਘਟ ਵਿਆਪ ਰਹਿਆ ਭਗਵੰਤ, ਕਿ ਧਰਨ ਮਾਹੇ ਆਕਾਸ ਪਇਆਲ। ਮੋਟੀ ਗੱਲ ਦੇਖੋ ਕਿ ਆਕਾਸ਼ ਸਾਰੇ ਵਿਸਤ੍ਰਿਤ ਹੈ। ਇੱਕ ਆਕਾਸ਼ ਕੋਠੇ ਵਿੱਚ ਹੈ, ਇੱਕ ਆਕਾਸ਼ ਕੋਠੇ ਵਿੱਚ ਪਏ ਘੜੇ ਵਿੱਚ ਹੈ। ਇਉਂ ਤ੍ਰੈ ਆਕਾਸ਼ ਹੋ ਗਏ, ਪਰ ਇਹ ਤ੍ਰੈ ਨਹੀਂ, ਤਿੰਨਾਂ ਦਾ ਆਕਾਸ਼ ਇੱਕੋ ਹੈ ਤੇ ਨਿਰੰਤਰ ਜਾਂ ਅਵਛਿੰਨ ਹੈ। ਤਿਵੇਂ ਪ੍ਰਮਾਤਮ ਦੇਵ ਅੰਤਰ ਬਾਹਰ ਥਨੰਤਰ ਤੇ ਅਪਰੰਪਰ ਇੱਕੋ ਦਾ ਇੱਕੋ ਪਾਰ ਬ੍ਰਹਮ ਪਰਮੇਸ਼ਰ ਹੈ। ਫੇਰ ਇੱਕੋ ਇੱਕ ਸਭ ਜਾਈ ਸੁਣਦਾ ਹੈ ਤੇ ਪ੍ਰਸੰਨ ਹੋ ਕੇ ਅੱਗੋਂ ਪਿਆਰ ਕਰਦਾ ਹੈ। ਇਸੇ ਕਰਕੇ ਫਰਮਾਇਆ ਹੈ, ਸੇਈ ਤੁਧਨੋਂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਅਰਥਾਤ ਕੇਵਲ ਪੜ੍ਹ ਸੁਣ ਲੈਣਾ ਕਾਫੀ ਨਹੀਂ, ਗੁਣ ਗਾਇਨ ਕਰਨਾ ਤੇ ਐਤਨਾ ਪ੍ਰੇਮ ਨਾਲ ਕਰਨਾ ਕਿ ਕਰਤਾ ਪੁਰਖ ਦਾ ਪ੍ਰੇਮ ਸਰੂਪ ਪ੍ਰੇਮੀ ਨੂੰ ਪਿਆਰਨ ਲੱਗ ਜਾਵੇ। ਗੁਣ ਗਾਵਤ ਟੂਟੈ ਜਮ ਜਾਲ। ਇਹ ਸਾਧਨ ਹੈ ਪ੍ਰਾਪਤੀ ਦਾ, ਇਹ ਸਾਧਨ ਪ੍ਰੇਮ ਹੈ। ਹਾਂ, ਪ੍ਰੇਮ ਸਰੂਪ ਨੂੰ ਮਿਲਣੇ ਦਾ ਸਾਧਨ ਪ੍ਰੇਮ ਹੈ। ਕਾਵ ਪਹਿਲੂ। ਪੌੜੀ 24ਵੀਂ ਵਿੱਚ ਵੱਡਾ ਸਾਹਿਬ ਉੱਚਾ ਥਾਓ ਕਿਹਾ ਸੀ। ਫਿਰ ਪੌੜੀ 25ਵੀਂ ਵਿੱਚ ਉਸ ਵੱਡੇ ਸਾਹਿਬ ਦੀ ਦਾਤਾਰਗੀ ਬਹੁਤ ਕਰਮ ਲਿਖਿਆ ਨਾ ਜਾਏ ਆਖ ਕੇ ਦਾਤ ਲੈਣ ਹਾਰਿਆਂ ਦੀ ਬਹੁਲਤਾ ਦਰਸਾਈ ਸੀ ਤੇ ਵੱਡਾ ਸਾਹਿਬ ਦਾ ਕੁਝ ਵਰਣਨ ਕੀਤਾ ਸੀ। ਫਿਰ ਸਭ ਤੋਂ ਵੱਡੀ ਦਾਤ ਸਿਫਤ ਸਲਾਹ ਦੱਸੀ ਸੀ, ਜਿਸ ਨਾਲ ਪੌੜੀ 26ਵੀਂ ਲੈਣਹਾਰ ਗੁਣ ਕਹਿ ਗੁਣੀ ਸਮਾਵਣਿਆਂ ਦੇ ਵਾਕ ਅਨੁਸਾਰ ਗੁਣੀ ਵਿੱਚ ਸਮਾ ਕੇ ਗੁਣੀ ਵਾਂਗੂ ਅਮੁੱਲ ਪਦਵੀ ਤੇ ਪੁੱਜ ਜਾਂਦਾ ਹੈ। ਉਥੇ ਸਿਫਤ ਸਲਾਹ ਕੀਤਾ ਗਿਆ। ਸਿਫਤ ਸਲਾਹ ਕਰਨੇ ਵਾਲਾ, ਉਸ ਦੇ ਦੇਣ ਲੈਣ, ਸਿਫਤ ਸਲਾਹ ਦਾ ਵਪਾਰ ਆਦਿ ਸਾਰਾ ਕੁਝ ਅਮੁੱਲ ਪਦ ਦਾ ਵਪਾਰ ਦੱਸਿਆ ਸੀ। ਹੁਣ ਸੁਤੇ ਹੀ ਜੀ ਕਰਦਾ ਹੈ ਕਿ ਉਸ ਅਮੁੱਲ ਹੀ ਅਮੁੱਲ ਦਾਤੇ ਤੇ ਉਸ ਦੀ ਅਮੁੱਲ ਦਾਤ ਦੇ ਲੈਣਹਾਰ ਦਾ ਅਮੁੱਲ ਤੇ ਅਪੜਾਉ ਦਾ ਕੁਝ ਵਰਣਨ ਹੋ ਸਕੇ।
ਪਰ ਆਪਨੇ ਇਸੇ ਪੌੜੀ ਵਿੱਚ ਦੱਸਿਆ ਹੈ ਕਿ ਉਹ ਕਥਨ ਤੋਂ ਪਰੇ ਹੈ। ਇਹ ਇਸ ਲਈ ਹੈ ਕਿ ਮਿੱਤ ਵਾਲਾ ਅਮਿੱਤ ਨੂੰ ਆਪਣੇ ਗਿਆਨ ਦਾ ਵਿਖੇ ਸੰਪੂਰਨ ਤੌਰ ਤੇ ਬਣਾ ਨਹੀਂ ਸਕਦਾ। ਇਸੇ ਕਰਕੇ ਵਰਣਨ ਨਹੀਂ ਕਰ ਸਕੀਦਾ। ਪਰ ਨਾਲ ਹੀ ਇਹ ਵੀ ਦੱਸਿਆ ਹੈ ਕਿ ਭਗਤ ਜਨ ਆਖਦੇ ਹਨ, ਪਰ ਉਹ ਅੰਤ ਲੈਣ ਲਈ ਨਹੀਂ ਆਖਦੇ। ਉਹ ਤਾਂ ਆਖਦੇ ਉਸ ਵਿੱਚ ਸਮਾ ਜਾਂਦੇ ਹਨ। ਉਹਨਾਂ ਦਾ ਆਖਣਾ ਸਿਫਤ ਸਲਾਹ ਹੈ। ਸੋ ਸਿਫਤ ਸਲਾਹ ਦੀ ਭਾਵਨਾ ਨਾਲ ਆਖਣਾ ਉਸ ਵਿੱਚ ਲਿਵ ਲਾਉਣ ਦਾ ਸਮਾਈ ਦਾ ਵਸੀਲਾ ਹੈ ਤੇ ਉਸ ਦੇ ਪਰਮ ਸੁੱਖ ਨੂੰ ਅਨੁਭਵ ਕਰਨ ਦਾ ਮਾਰਗ ਹੈ। ਜਿਸ ਤਰ੍ਹਾਂ ਧਿਆਏ ਧਿਆਏ ਭਗਤਹਿ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਸੁਖਮਨੀ ਸਾਹਿਬ 16ਵੀਂ ਅਸ਼ਟਪਦੀ। ਇਸ ਪੌੜੀ ਵਿੱਚ ਉਸੇ ਸਿਫਤ ਸਲਾਹ ਦਾ ਇੱਕ ਹੋਰ ਦਰਸ਼ਨ ਕਰਾਉਂਦੇ ਹਨ, ਜਿਸ ਵਿੱਚ ਆਪਣੀ ਲਿਖੀ ਬ੍ਰਹਮੰਡੀ ਆਰਤੀ ਦੀ ਤਰ੍ਹਾਂ ਬ੍ਰਹਮੰਡੀ ਕੀਰਤਨ ਦੀ ਤਸਵੀਰ ਖਿੱਚ ਦਿੰਦੇ ਹਨ ਕਿ ਭਗਤ ਮਨ ਜਗਤ ਵਿੱਚ ਵਾਹਿਗੁਰੂ ਕੀਰਤੀ ਹੋ ਰਹੀ ਅਨੁਭਵ ਕਰੇ। ਸੋ ਪੌੜੀ 27ਵੀਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਸੁੰਦਰਤਾ ਦਾ ਪਰਮ ਅਨੁਭਵੀ ਮਨ ਉਸ ਸੱਚੇ ਸਾਹਿਬ ਨੂੰ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਦੱਸ ਕੇ ਉਸ ਦੇ ਮਹਿਲ ਦੇ ਦਰ ਤੇ ਹੋ ਰਹੇ ਗੁਣ ਗਾਇਨ ਤੇ ਮਹਿਲ ਦੇ ਅੰਦਰ ਸਰੂਪ ਸਥਿਤੀ ਦੀ ਨਿਤ ਇੱਕ ਰਸਤਾ ਨੂੰ ਰਾਜ ਦੁਆਰ ਤੇ ਰਾਜ ਘਰ ਦੇ ਅੰਤਰੀਵ ਸਥਿਤ ਪਾਤਸ਼ਾਹ ਦੇ ਦਰ ਦੇ ਸੰਗੀਤਕ ਰਸ ਦੇ ਰੂਪਕ ਵਿੱਚ ਬੰਨ ਵਿਖਾਲਦੇ ਹਨ, ਜਿਸ ਤੋਂ ਉਸ ਦੇ ਸਰਗੁਣ ਸਰੂਪ ਤੇ ਖੇਲਦਾ ਰਾਜਦੁਆਰੀ ਨਕਸ਼ਾ ਅੱਖਾਂ ਅੱਗੇ ਕਿਰਿਆਮਾਨ ਦਿਸ ਪੈਂਦਾ ਹੈ। ਕਿਸ ਵਿਸ਼ਾਲਤਾ ਨਾਲ ਕੁਦਰਤੀ ਸਮਾਨਾਂ ਨੂੰ ਇਕੱਠਿਆਂ ਕਰਦੇ ਹਨ ਕਿ ਸਾਰੇ ਅੱਖਾਂ ਦੇ ਸਾਹਮਣੇ ਗੁਣ ਗਾਇਨ ਕਰਨ ਲੱਗ ਪੈਂਦੇ ਨੇ ਤੇ ਈਸ਼ਰ ਬ੍ਰਹਮਾ ਦੇਵੀ ਇੰਦਰ ਆਦਿ ਜਸ ਦੇ ਨਾਦ ਪੌਣ ਪਾਣੀ ਅਗਨੀ ਦੇਵਤਾ ਤੇ ਫਿਰ ਧਰਤੀ ਤੋਂ ਉੱਠ ਕੇ ਸਿੱਧਨਾਥ ਬੁੱਧ ਮੁਨੀ ਜੋਧੇ ਆਦਿ ਖੜੇ ਕੀਰਤਨ ਕਰ ਰਹੇ ਦਿਸਦੇ ਹਨ ਤੇ ਇਹ ਕੀਰਤਨ ਬ੍ਰਹਮੰਡ ਆਤਮਖੰਡ ਤੇ ਮੰਡਲ ਕੀਰਤਨ ਵਿੱਚ ਜਾ ਸ਼ਾਮਲ ਹੁੰਦੇ ਹਨ। ਸਾਰੇ ਜਸ ਗਾਇਨ ਕਰਦੇ ਮਨੋਹਰ ਸੁਰਾਂ ਕਰਦੇ ਸੁਣਾਈ ਦੇਣ ਲੱਗ ਪੈਂਦੇ ਨੇ। ਭਾਵ ਸਿਫਤ ਸਲਾਹ ਵਿੱਚ ਲੈ ਜਾ ਕੇ ਵਿਸਮਾਦ ਵੱਲ ਰਹਿਨੁਮਾਈ ਕਰਨ ਦਾ ਹੈ। ਇਹ ਕਵਿਤਾ ਦੇ ਪੱਖ ਦਾ ਕਮਾਲ ਹੈ। ਗਗਨਮੈ ਥਾਲ ਕੁਦਰਤੀ ਆਰਤੀ ਹੈ, ਸੋਦਰ ਕਿਹਾ ਕੁਦਰਤ ਦਾ ਸੰਗੀਤ ਹੈ। ਦਾਰਸ਼ਨਿਕ ਪਹਿਲੂ ਇਸ ਵਿੱਚ ਇਹ ਹੈ ਕਿ ਸਦਾ ਸੱਚ ਸਾਹਿਬ ਸਾਚਾ ਹੈ। ਪੀ ਹੋਸੀ ਜਾਏ ਨਾ ਜਾਸੀ ਕਹਿ ਕੇ ਉਸ ਦੇ ਨਿਰਗੁਣ ਸਰੂਪ ਨੂੰ ਵਰਣਨ ਕਰਦੇ ਹਨ। ਘਰ ਤੇ ਦਰ ਦੇ ਬਾਹਰ ਸਾਰੇ ਬ੍ਰਹਿਮੰਡ ਦੇ ਅਜੀਵ ਜੀਵਧਾਰੀ ਤੇ ਰੂਹਾਨੀ ਰੂਪਾਂ ਵਾਲੇ ਕੀਰਤਨ ਕਰ ਰਹੇ ਦੱਸ ਕੇ ਉਸ ਦਾ ਆਪੋ ਆਪਣੀ ਸਾਜੀ ਸਰਗੁਣ ਅਵਸਥਾ ਦਾ ਜਲਵਾ ਦਿਖਾਉਂਦੇ ਹਨ ਤੇ ਸੋਈ ਸੋਈ ਰਚਨਾ ਜਿਨ ਰਚਾਈ ਕਹਿ ਕੇ ਦੱਸ ਦਿੰਦੇ ਹਨ ਕਿ ਉਹ ਨਿਰਗੁਣ ਹੈ, ਉਹ ਸਰਗੁਣ ਹੈ, ਤਾਂ ਕਿ ਦੋ ਭਿੰਨ ਵਜੂਦ ਨਾ ਸਮਝੇ ਜਾਣ। ਸਰਗੁਣ ਨਿਰਗੁਣ ਥਾਪੈ ਨਾਉ, ਦੋਹ ਮਿਲ ਏਕੈ ਕੀਨੋ ਠਾਉ। ਆਸਾ ਮਹੱਲਾ ਪੰਜਵਾ। ਨਿਰਗੁਣ ਆਪ ਸਰਗੁਣ ਭੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਸੁਖਮਨੀ ਸਾਹਿਬ 18ਵੀਂ ਅਸ਼ਟਪਦੀ। ਈਗੈ ਨਿਰਗੁਣ ਊਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਬਿਲਾਵਲ ਮਹੱਲਾ ਪੰਜਵਾ। ਸੋਈ ਸੋਈ ਇਹ ਪਦ ਦੁਹਰਾ ਕੇ ਆਪਣੇ ਕਥਨ ਵਿੱਚ ਕਿਤਨੀ ਜਾਨ ਪਾਈ ਹੈ ਕਿ ਕੋਈ ਲੰਮੀ ਇਬਾਰਤ ਨਾ ਵਰਣਨ ਕਰ ਸਕੇ। ਫਿਰ ਦੇਖੋ ਆਪ ਦਾ ਪ੍ਰੇਮ ਉਮਾਹੂ ਹਿਰਦਾ ਇਸ ਸਾਰੀ ਤਸਵੀਰ ਨੂੰ ਸਰਗੁਣ ਰੰਗਾਂ ਵਿੱਚ ਖਿੱਚਦਿਆਂ ਨਿਰਗੁਣਤਾ ਦਾ ਪ੍ਰਭਾਵ ਦਰਸਾਉਂਦਿਆਂ ਆਪਣੇ ਪ੍ਰੇਮ ਦੇ ਖਾਤਰ ਉਹ ਨਾਜ਼ੁਕ ਲਕੀਰਾਂ ਜੋ ਮੁਸ਼ੱਵਰ ਤਸਵੀਰ ਬਣਾਉਂਦਿਆਂ ਤਸਵੀਰ ਵਾਹੁੰਦਾ ਹੈ, ਜਿਨ੍ਹਾਂ ਨਾਲ ਤਸਵੀਰ ਵਿੱਚ ਭਾਵ ਮੂਰਤੀਮਨ ਹੋ ਜਾਂਦੇ ਹਨ। ਐਸੀ ਨਜ਼ਾਕਤ ਨਾਲ ਵਾਹ ਗਿਆ ਹੈ ਕਿ ਸਾਰੇ ਰੂਪਕ ਵਿੱਚ ਉਹ ਮਾਨੋ ਤਸਵੀਰ ਉੱਤੇ ਚਾਨਣਾ ਪਾਉਣ ਵਾਲਾ ਸੂਰਜ ਹੈ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਇੱਥੇ ਸੇਈ ਇੱਕ ਪਦ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਰੀ ਕੁਦਰਤੀ ਗੁਣ ਗਾਇਕ ਸਭਾ ਵਿੱਚ ਰਸਾਲ ਭਗਤੀ ਵਿੱਚ ਰਤੇ ਹੋਏ ਜੋ ਗਾ ਰਹੇ ਹਨ,
ਇਹ ਉਹ ਹਨ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਮਾਨੋ ਇਹ ਜਨਾ ਰਹੇ ਹਨ ਕਿ ਹੋਰ ਤਾਂ ਦਰ ਉੱਤੇ ਖੜੇ ਗਾ ਰਹੇ ਹਨ, ਪਰ ਇਹ ਘਰ ਵਿੱਚ ਪਹੁੰਚੇ ਹੋਏ ਹਨ ਜੋ ਅਤ ਪ੍ਰੇਮ ਵਿੱਚ ਭਿੱਜੇ ਪ੍ਰੇਮ ਰੂਪ ਹੋਏ ਹਰੀ ਦਾ ਰੂਪ ਹੋ ਰਹੇ ਹਨ। ਜੋ ਤਉ ਕੀਨੇ ਆਪਣੇ ਤਿਨਾ ਕੂ ਮਿਲਿਓ ਹੈ, ਆਪੇ ਹੀ ਆਪ ਮੋਹਿਓ ਹੋ, ਜਸ ਨਾਨਕ ਆਪ ਸੁਣਿਓ ਹੈ। ਸ੍ਰੀ ਰਾਗ ਸ਼ੰਤ ਮਹੱਲਾ ਪੰਜਵਾ। ਪੁਰਾਤਨ ਸਮੇਂ ਪਾਤਸ਼ਾਹੀ ਮਹਿਲ ਦਾ ਦਰ ਜਾਂ ਦਰਵਾਜ਼ਾ ਹੁੰਦਾ ਸੀ, ਜਿੱਥੇ ਨਕੀਬ ਗਾਇਆ ਵਜਾਇਆ ਕਰਦੇ ਸਨ। ਦਰ ਦੇ ਨਾਲ ਹੀ ਦਰਬਾਰ ਆਮ ਹੁੰਦਾ ਸੀ, ਜਿੱਥੇ ਕੰਮ ਹੁੰਦਾ ਸੀ ਅੱਗੇ ਦਰਬਾਰੇ ਖਾਸ ਹੁੰਦਾ ਸੀ। ਅੰਤ ਦੀ ਅੱਧੀ ਤੁਕ ਵਿੱਚ ਉੱਥੇ ਅਪੜਨ ਦਾ ਸਾਧਨ ਰੂਪ ਵਿੱਚ ਆਪਣਾ ਸਿਧਾਂਤ ਰਜਾਪੁਰ ਤੁਰਨੇ ਦਾ ਦਰਸਾ ਦਿੱਤਾ ਹੈ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਦੀ ਰਜਾ ਵਿੱਚ ਰਹੋ। ਮਾਨੋ ਉਹ ਮਹਾਨ ਸੰਗੀਤ ਸੁਰ ਹੈ, ਬਾਜ ਦੀ ਤਾਰ ਹੈ। ਉਸ ਵਿੱਚ ਆਪਣੀ ਨਿੱਕੀ ਮਰਜ਼ੀ ਦੀ ਸੁਰ ਤਰਬ ਨੂੰ ਇੱਕ ਸੁਰ ਕਰ ਲਓ, ਇੱਕ ਰਸ ਕਰ ਲਓ। ਇਹੋ ਮਾਰਗ ਉਸ ਨੂੰ ਮਿਲਣੇ ਦਾ ਹੈ। ਇਹੋ ਗੱਲ ਜਪ ਜੀ ਦੇ ਆਦ ਵਿੱਚ ਫਰਮਾਈ ਸੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਨਿਰੁਕਤ। ਦਰ ਦਾ ਭਾਵ ਫਾਰਸੀ ਵਿੱਚ ਹੈ ਦਰਵਾਜ਼ਾ, ਸੰਸਕ੍ਰਿਤੀ ਵਿੱਚ ਕਹਿੰਦੇ ਨੇ ਦੁਆਰ, ਬੂਹਾ। ਸੰਭਾਲੇ ਦਾ ਭਾਵ ਹੈ ਸੰਭਾਲਦਾ ਹੈ, ਭਾਵ ਦੇਖਦਾ ਹੈ ਤੇ ਹਰ ਤਰ੍ਹਾਂ ਖਬਰਗੀਰੀ ਕਰਦਾ ਹੈ। ਵਾਜੇ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਵਾਦਨੰ, ਵਜਾਉਣਾ, ਪੰਜਾਬੀ ਵਜਾਉਣਾ, ਵਾਉਣਾ। ਸਾਜ਼ ਜਿਨ੍ਹਾਂ ਤੋਂ ਰਾਗ ਵਜਾਇਆ ਜਾਵੇ। ਸੁਰ ਤੇ ਤਾਰ ਦੋਹਾਂ ਤੇ ਸਾਜ਼ਾਂ ਨੂੰ ਵਾਜਾ ਕਹਿੰਦੇ ਹਨ। ਨਾਦ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਸ਼ਬਦ, ਰਾਗ। ਵਾਵਣਹਾਰੇ ਭਾਵ ਵਜਾਉਣ ਵਾਲੇ। ਪਰੀ ਦਾ ਭਾਵ ਫਾਰਸੀ ਵਿੱਚ ਹੈ ਪਰੀ, ਇੱਕ ਦਿਵ ਰੂਪ ਵਾਲੀ ਜਾਤੀ ਸਮਝੀ ਜਾਂਦੀ ਹੈ, ਪਰ ਇੱਥੇ ਭਾਵ ਰਾਗਾਂ ਦੀਆਂ ਰਾਗਣੀਆਂ ਤੋਂ ਹੈ। ਰਾਗ ਰਾਗਣੀਆਂ ਹਰੀ ਕੇ ਦੁਆਰ ਜਾਂ ਗੁਰ ਕੇ ਦੁਆਰ ਆਪ ਗਾਉਣ ਆਉਂਦੀਆਂ ਹਨ। ਇਹ ਭਾਵ ਗੁਰਬਾਣੀ ਵਿੱਚ ਕਈ ਥਾਈਂ ਆਇਆ ਹੈ, ਜਿਸ ਤਰ੍ਹਾਂ ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਨ ਆਈਆ। ਆਨੰਦ ਸਾਹਿਬ। ਰਾਗ ਰਾਗਣੀ ਮੰਗਲ ਗਾਇਆ। ਭਾਈ ਗੁਰਦਾਸ ਜੀ, ਵਾਰ ਪਹਿਲੀ। ਰਾਗ ਰਤਨ ਪਰੀਆ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਧਾਰ। ਆਸਾ ਮਹੱਲਾ ਪਹਿਲਾ। ਰਾਜਾ ਧਰਮ ਦੁਆਰ ਦਾ ਭਾਵ ਹੈ ਧਰਮ ਰਾਜਾ। ਚਿੱਤ ਗੁਪਤ ਦਾ ਭਾਵ ਹੈ ਗੁਪਤ ਚਿੱਤਰਾਂ ਦੇ ਲਿਖਾਰੀ ਦੇਵਤਾ, ਕੀਤੇ ਕਰਮਾਂ ਦੇ ਗੁਪਤ ਚਿੱਤਰ ਲੇਖਕ ਦੇਵਤਾ, ਚਿੱਤਰ ਜੋ ਗੁਪਤ ਹਨ। ਈਸ਼ਰ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਈਸ਼ਵਰ, ਐਸ਼ਵਰਜ ਵਾਲਾ। ਸ਼ਿਵ, ਇੱਥੇ ਭਾਵ ਸ਼ਿਵ ਤੋਂ ਹੈ। ਇਦਾਸਨ, ਸੰਸਕ੍ਰਿਤੀ ਵਿੱਚ ਇੰਦਰ ਪਲਸ ਆਸਨ, ਇੰਦਰ ਦੇ ਆਸਨ ਉੱਤੇ। ਸਿੱਧ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਸਿੱਧਵਤ, ਜੋਗੀਆਂ ਦੇ ਵੱਡੇ, ਜੈਨੀਆਂ ਦੇ ਵੱਡੇ, ਸਿੱਧੀ ਨੂੰ ਪ੍ਰਾਪਤ ਪੁਰਖ, ਕਾਮਯਾਬ ਪੁਰਖ। ਜਤੀ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਇਸਤਰੀ ਭੋਗ ਤੋਂ ਰਹਿਤ, ਜੋ ਕਾਮ ਚੇਸ਼ਟਾ ਤੋਂ ਆਪ ਨੂੰ ਬਚਾਈ ਰੱਖੇ। ਸਤੀ ਦਾ ਭਾਵ ਹੈ ਦਾਨੀ, ਸੱਚੇ। ਵੀਰ ਕਰਾਰੇ ਦਾ ਭਾਵ ਹੈ ਕਰਾਰੇ ਵੀਰ, ਤਕੜੇ ਸੂਰਮੇ। ਰਖੀਸਰ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਰਿਖੀਸ਼ਵਰ, ਵੱਡੇ ਰਿਖੀ। ਮੋਹਣੀਆਂ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਮੋਹਨ, ਮੋਹ ਲੈਣ ਵਾਲੀਆਂ ਇਸਤਰੀਆਂ, ਸੁੰਦਰ ਤ੍ਰੀਮਤਾਂ। ਮਛ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਮ੍ਰਿਤਯ, ਮਾਤ ਲੋਕ ਧਰਤੀ। ਪਯਾਲ, ਸੰਸਕ੍ਰਿਤੀ ਵਿੱਚ ਪਾਤਾਲ। ਰਤਨ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਰਤਵਨ, ਜਵਾਹਰਾਤ, ਜੋ 9 ਗਿਣਦੇ ਹਨ। ਹੀਰਾ, ਪੰਨਾ, ਪੁਖਰਾਜ, ਨੀਲਮ, ਮਾਨਕ, ਲਹਿਸੁਨੀਆ, ਗੋਮੇਦ, ਗੁਲੀਆ, ਮੋਤੀ। ਅਮੋਲਕ ਤੇ ਕੀਮਤ ਵਸਤਾਂ। ਸਮੁੰਦਰ ਵਿੱਚੋਂ ਨਿਕਲੇ 14 ਅਮੋਲਕ ਸਮਾਨ ਤੇ ਵਿਅਕਤੀਆਂ। ਧਨੰਤਰ ਵੈਦ, ਸੋਧਾ ਅੰਮ੍ਰਿਤ ਤੇ ਇਸੇ ਤਰ੍ਹਾਂ ਉੱਚਾ ਸ਼ਰੇਵਾ ਘੋੜਾ, ਐਰਾਵਤ ਹਾਥੀ, ਕਾਮਤੇਨ ਗਊ, ਕਲਪ ਬ੍ਰਿਸ਼, ਰੰਭਾ ਅਪਸਰਾ, ਲక్ష్ਮੀ, ਕਾਲਕੂਟ ਵਿਖ, ਸ਼ਰਾਬ, ਦਿਜ ਰਾਜ ਚੰਦਰਮਾ, ਸ਼ੰਖ, ਕੌਸਤਭ ਮਣੀ, ਜੱਗ ਵਿੱਚ ਹੋਮ ਕਰਨ ਦੀ ਸਮੱਗਰੀ, ਘਿਓ ਆਦਿ। ਜੋਧਾ ਦਾ ਭਾਵ ਹੈ ਰਥੀ। ਮਹਾਬਲ ਦਾ ਭਾਵ ਹੈ ਮਹਾਬਲੀ, ਮਹਾਰਥੀ।
ਸੂਰਾ ਦਾ ਭਾਵ ਹੈ ਅਤ ਰਥੀ। ਗਿਆਨੀ ਸੱਜਣ ਇਉਂ ਵੀ ਦੱਸਦੇ ਹਨ, 1000 ਨਾਲ ਲੜੇ ਸੋ ਸੂਰਮਾ, ਜੋ 10,000 ਨਾਲ ਲੜੇ ਸੋ ਜੋਧਾ, ਜੋ ਬੇਅੰਤਾਂ ਨਾਲ ਲੜੇ ਸੋ ਮਹਾਰਥੀ। ਆਤਮ ਪੱਖ ਵਿੱਚ ਇਉਂ ਵੀ ਭਾਵ ਕੱਢੀਦਾ ਹੈ, ਜੋਧ ਜਿਨ੍ਹਾਂ ਨੇ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕ ਲਿਆ, ਮਹਾਬਲੀ ਜਿਨ੍ਹਾਂ ਨੇ ਮਨ ਨੂੰ ਭੋਗ ਵਿਲਾਸਾਂ ਵੱਲ ਰੁਚੀ ਕਰਨ ਤੋਂ ਰੋਕ ਲਿਆ, ਸੂਰਾ ਜਿਸ ਨੇ ਹਉਮੈ ਤੇ ਫਤਿਹ ਪਾਈ ਹੈ। ਕ੍ਰਮ ਅਨੁਸਾਰ ਸਰੀਰ, ਇੰਦਰੀ ਤੇ ਮਨ ਵੀ ਅਰਥ ਲੈਂਦੇ ਹਨ। ਖਾਣੀ ਚਾਰੇ ਦਾ ਭਾਵ ਹੈ 4 ਖਾਣੀਆਂ ਤੋਂ ਉਪਜੇ ਜੀਵ, ਅੰਡਿਆਂ ਤੋਂ ਉਪਜੇ ਜੈਸੇ ਪੰਛੀ, ਜੇਰ ਤੋਂ ਉਪਜੇ ਜੈਸੇ ਮਨੁੱਖ ਆਦਿ, ਪਸੀਨੇ ਵਿੱਚ ਨਿੰਮਣ ਵਾਲੇ ਜੈਸੇ ਜੂੰ। ਇੱਕ ਦਾਨੇ ਸੱਜਣ ਜੀ ਨੇ ਦੱਸਿਆ ਹੈ ਕਿ ਸੇ ਤਜ ਦਾ ਅਰਥ ਹੈ ਜੋ ਆਪਣੇ ਸਰੀਰ ਦੇ ਹਿੱਸਿਆਂ ਦੇ ਜੁਦਾ ਹੋਣ ਤੋਂ ਹੀ ਬਣੇ। ਸੇ ਸਵੈ ਪਲਸ ਤਜ, ਛੱਡ ਕੇ, ਆਪਣੇ ਹੀ ਹਿੱਸੇ ਕਰ ਕਰਕੇ ਜੋ ਬਣੇ। ਜਿਤਨੇ ਜਰਮਦ ਆਦ ਦੱਸੀ ਦੇ ਹਨ, ਸਾਰੇ ਇਉਂ ਹੀ ਬਣਦੇ ਹਨ। ਐਸੇ ਜੀਵ ਹਨ ਜੋ ਸੈਲਫ ਡਿਵੀਜ਼ਨ ਨਾਲ ਪ੍ਰੋਪਾਗੇਟ ਹੁੰਦੇ ਹਨ, ਜਿਵੇਂ ਕਿ ਅਮੋਇਬਾ। ਵਰਭੰਡ ਦਾ ਅਰਥ ਹੈ ਸੰਸਕ੍ਰਿਤੀ ਵਿੱਚ ਬ੍ਰਹਿਮੰਡ। ਮੰਡਲ ਦਾ ਭਾਵ ਕੋਈ ਹਿੱਸਾ ਪ੍ਰਿਥਵੀ ਦਾ। 40 ਯੋਜਨ ਲੰਮਾ, 20 ਯੋਜਨ ਚੌੜਾ। ਮੰਡਲ ਤੋਂ ਲੋਕ ਦਾ ਵੀ ਅਰਥ ਲੈਂਦੇ ਹਨ। ਸਫੇਅਰ ਮੰਡਲ ਸਮੁਦਾਇ, ਜਥਾ ਤਾਰਕਾ ਮੰਡਲ। ਖੰਡ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਹਿੱਸਾ। ਸਾਰੀ ਪ੍ਰਿਥਵੀ ਦੇ 9 ਖੰਡ ਹਨ। ਅਦ੍ਰਿਸ਼ਯ ਲੋਕ ਜੈਸੇ ਸੱਚਖੰਡ। ਰੰਗੀ ਰੰਗੀ ਭਾਤੀ ਦਾ ਭਾਵ ਹੈ ਰੰਗ ਰੰਗ ਦੀ, ਭਾਂਤ ਭਾਂਤ ਦੀ, ਜਿਣਸ ਜਿਣਸ ਦੀ। ਭਾਵ ਕਿਸਮ ਉਸ ਤੋਂ ਅੱਗੋਂ ਇੱਕ ਇੱਕ ਕਿਸਮ, ਉਸ ਤੋਂ ਅੱਗੋਂ ਫਿਰ ਇੱਕ ਇੱਕ ਕਿਸਮ ਦੀ। ਪਾਤਸ਼ਾਹੋ ਦਾ ਭਾਵ ਫਾਰਸੀ ਵਿੱਚ ਹੈ ਪਾਦ ਭਾਵ ਤਖਤ, ਸ਼ਾਹ ਸਾਹਿਬ ਮਾਲਕ, ਪਾਤਸ਼ਾਹ।